Good morning to all of you students. My name is Amit Verma and I am a lecturer of Mechanical Department in Satyam Polytechnic College. ਸੋ ਰੋਜ਼ ਦੀ ਤਰ੍ਹਾਂ ਅੱਜ ਮੈਂ ਫਿਰ ਤੋਂ ਤੁਹਾਨੂੰ ਡੇਲੀ ਤੇ ਜਦੋਂ ਜਿਹੜੇ ਦੋ ਕੁਐਸਚਨਸ ਆ ਜਿਹੜੇ ਕਿ ਮੈਂ ਸਪੈਸ਼ਲੀ ਜੋ ਬੋਰਡ ਦੇ ਅੰਦਰ ਆਉਂਦੇ ਆ ਇੰਪੋਰਟੈਂਟ ਕੁਐਸਚਨਸ ਆ ਉਹ ਤੁਹਾਨੂੰ ਸਮਝਾਉਂਦਾ ਆ। ਸੋ ਅੱਜ ਦਾ ਜੋ ਫਸਟ ਕੁਐਸਚਨ ਹੈਗਾ ਅੱਜ ਦੇ ਵਿੱਚ ਮੈਂ ਲੈਕਚਰ ਦੇ ਵਿੱਚ ਵੀ ਮੈਂ ਇੰਪੋਰਟੈਂਟ ਕੁਐਸਚਨਸ ਜੋ 10 ਮਾਰਕਸ ਦੇ ਆਉਂਦੇ ਆ, ਠੀਕ ਹੈ, 5 ਮਾਰਕਸ ਦੇ ਆਉਂਦੇ ਆ, ਉਹ ਤੁਹਾਨੂੰ ਮੈਂ ਰੈਡੀ ਕਰਵਾਊਂਗਾ। ਕਿਉਂਕਿ ਦੇਖੋ ਜਿੰਨੇ ਵੀ ਤੁਹਾਨੂੰ ਮੈਂ ਕੁਐਸਚਨਸ ਕਰਵਾਏ ਆ ਇੰਜੀਨੀਅਰਿੰਗ ਮਟੀਰੀਅਲ ਦੇ ਇੰਪੋਰਟੈਂਟ ਕੁਐਸਚਨਸ ਉਹ ਸਾਰੇ ਰਿਪੀਟ ਹੁੰਦੇ ਆ, ਬਾਰ ਰਿਪੀਟ ਹੁੰਦੇ ਆ, ਠੀਕ ਹੈ। ਉਹਨਾਂ ਦਾ ਜੋ ਕੁਐਸਚਨ ਦਾ ਤਰੀਕਾ ਚੇਂਜ ਹੋ ਕੇ ਥੋੜ੍ਹਾ ਜਿਹਾ ਹੁੰਦੇ ਆਨਸਰ ਸੇਮ ਹੀ ਹੈ ਮਗਰ ਚੇਂਜ ਹੁੰਦੇ ਰਹਿੰਦੇ ਆ। ਸੋ ਅੱਜ ਦਾ ਜੋ ਫਸਟ ਹੈ ਵਟ ਇਜ਼ ਹਾਰਡਨਿੰਗ ਐਂਡ ਡਿਸਕਸ ਦੀ ਪ੍ਰੋਸੈਸ ਆਫ ਹਾਰਡਨਿੰਗ ਆਫ ਸਟੀਲ। ਸੋ ਹਾਰਡਨਿੰਗ ਇੱਕ ਹੀਟ ਟਰੀਟਮੈਂਟ ਪ੍ਰੋਸੈਸ ਹੈ, ਉਹਦੇ ਬਾਰੇ ਪੁੱਛਿਆ ਕਿ ਵਟ ਇਜ਼ ਹਾਰਡਨਿੰਗ ਕੀ ਹੈ ਐਂਡ ਪ੍ਰੋਸੈਸ ਆਫ ਹਾਰਡਨਿੰਗ ਆਫ ਸਟੀਲ। ਹਾਰਡਨਿੰਗ ਸਟੀਲ ਨੂੰ ਹਾਰਡਨਿੰਗ ਕਰਨ ਦਾ ਜੋ ਪ੍ਰੋਸੈਸ ਹੈ ਕੀ ਹੈ, ਫਸਟ ਹੈ ਹਾਰਡਨਿੰਗ ਦੇਖਦੇ ਹਾਂ ਕੀ ਕਹਿੰਦੇ। ਹਾਰਡਨਿੰਗ ਕਿਹਨੂੰ ਕਹਿੰਦੇ ਆ? ਦੀ ਹੀਟ ਟਰੀਟਮੈਂਟ ਪ੍ਰੋਸੈਸ ਵਿਚ improve the hardness of a steel is called hardening. It increases the hardness of a steel, improve magnetization property of steel. ਸੋ ਹੀਟ ਟਰੀਟਮੈਂਟ ਪ੍ਰੋਸੈਸ ਇੱਕ ਇਹੋ ਜਿਹਾ ਪ੍ਰੋਸੈਸ ਹੈ ਜਿਸ ਦੇ ਵਿੱਚ ਆਪਾਂ ਸਟੀਲ ਨੂੰ ਹਾਰਡ ਕਰਦੇ ਹਾਂ, ਠੀਕ ਹੈ। ਸੋ ਹੀਟ ਟਰੀਟਮੈਂਟ ਦੁਆਰਾ ਆਪਾਂ ਸਟੀਲ ਨੂੰ ਹਾਰਡ ਕਰਦੇ ਹਾਂ। ਸੋ ਇਹ ਕੀ ਇੰਕਰੀਜ਼ ਕਰ ਦਿੰਦੀ ਹੈ? ਸਟੀਲ ਦੀ ਹਾਰਡਨੈਸ ਨੂੰ ਇੰਕਰੀਜ਼ ਕਰ ਦਿੰਦਾ ਹੈ ਪ੍ਰੋਸੈਸ ਇਹ। ਨੈਕਸਟ ਇਹਦਾ ਪ੍ਰੋਸੈਸ ਕੀ ਹੈ ਸਟੀਲ ਨੂੰ ਹਾਰਡ ਕਰਨ ਦਾ? ਤਿੰਨ ਪ੍ਰੋਸੈਸ ਦੇ ਵਿੱਚ ਇਹ ਪ੍ਰੋਸੈਸ ਰਿਵੋਲਵ ਹੁੰਦਾ ਆ। 3 ਸਟੈਪ ਦੇ ਵਿੱਚ ਇਹ ਪ੍ਰੋਸੈਸ ਰਿਵੋਲਵ ਹੁੰਦਾ ਆ। ਫਸਟ ਸਟੈਪ ਹੈਗਾ ਆ ਪ੍ਰੀਪੈਰੇਸ਼ਨ, ਠੀਕ ਹੈ। ਥਰੋ ਕਲੀਨਿੰਗ ਇਜ਼ ਡਨ ਔਨ ਦੀ ਸਰਫੇਸ ਆਫ ਸਟੀਲ ਪਾਰਟਸ ਫਰੋਮ ਗਰੀਸ, ਆਇਲ, ਸਕੇਲ ਐਕਸੈਟਰਾ। ਸੋ ਕਿੱਦਾਂ ਆਪਾਂ ਮਟੀਰੀਅਲ ਨੂੰ ਪਹਿਲਾਂ ਸਟੀਲ ਨੂੰ ਪ੍ਰੀਪੇਅਰ ਕਰਨਾ ਕਿ ਉਸਨੂੰ ਕਲੀਨ ਕਰਨਾ, ਠੀਕ ਹੈ। ਸਰਫੇਸ ਨੂੰ ਜਿੱਦਾਂ ਜੋ ਵੀ ਗਰੀਸ, ਆਇਲ, ਠੀਕ ਹੈ, ਡਸਟ ਪਾਰਟੀਕਲਸ ਲੱਗੇ ਉਸਨੂੰ ਹਟਾ ਦੇਣਾ ਆ, ਵਾਸ਼ ਕਰ ਦੇਣਾ, ਠੀਕ ਹੈ। ਰੇਜ਼ਿੰਗ ਦੀ ਟੈਂਪਰੇਚਰ ਆਫ ਦੀ ਆਰਟੀਕਲ 50 ਡਿਗਰੀ ਸੈਲਸੀਅਸ ਅਬਵ ਦੀ ਕ੍ਰਿਟੀਕਲ ਰੇਂਜ। ਸੋ ਕ੍ਰਿਟੀਕਲ ਟੈਂਪਰੇਚਰ ਤੋਂ ਆਪਾਂ ਉੱਪਰ ਸਟੀਲ ਦੇ ਟੈਂਪਰੇਚਰ ਨੂੰ ਲਿਜਾ ਕੇ 50 ਡਿਗਰੀ ਅਬਵ 50 ਡਿਗਰੀ ਸੈਲਸੀਅਸ ਆਪਾਂ ਸਟੀਲ ਨੂੰ ਦੇ ਟੈਂਪਰੇਚਰ ਨੂੰ ਰਾਈਜ਼ ਕਰਨਾ ਆ, ਠੀਕ ਹੈ, ਕ੍ਰਿਟੀਕਲ ਟੈਂਪਰੇਚਰ ਤੋਂ ਉੱਪਰ। ਉਸ ਤੋਂ ਬਾਅਦ ਕੀ ਕਰਨਾ ਆ? soaking the articles means by maintaining it at that temperature for transformation into austenite. The soaking time is about 1 minute for each of larger section. ਸੋ ਸੋਕਿੰਗ ਟਾਈਮ ਕੀ ਹੁੰਦਾ ਹੈ ਕਿ ਆਪਾਂ ਜਿਸ ਟੈਂਪਰੇਚਰ ਦੇ ਵਿੱਚ ਆਪਾਂ ਸਟੀਲ ਨੂੰ ਰੱਖਿਆ ਉਸ ਦੇ ਵਿੱਚ ਆਪਾਂ ਕਿੰਨੀ ਦੇਰ ਤੱਕ ਸਟੀਲ ਨੂੰ ਗਰਮ ਕਰਦੇ ਰਹਿਣਾ ਆ, ਠੀਕ ਹੈ। ਉਸ ਟੈਂਪਰੇਚਰ ਦੇ ਵਿੱਚ ਰੱਖਣਾ ਆ ਸਟੀਲ ਨੂੰ। ਸੋ ਜਦ ਤੱਕ ਸਟੀਲ ਦੇ ਅੰਦਰ ਕੋਈ ਵੀ ਜੋ ਇੰਟਰਨਲ ਟਰਾਂਸਫੋਰਮੇਸ਼ਨ ਨਹੀਂ ਹੋ ਜਾਂਦੀ, ਜੋ ਸਟੀਲ ਦਾ ਸਟਰਕਚਰ ਹੈ ਆਸਟੇਨਾਈਟ ਵਿੱਚ ਕਨਵਰਟ ਨਹੀਂ ਹੋ ਜਾਂਦਾ। ਸੋ ਇਸ ਦਾ ਜੋ ਸੋਕਿੰਗ ਟਾਈਮ ਹੁੰਦਾ ਉਹ 1 ਮਿੰਟ ਹੁੰਦਾ ਆ ਈਚ ਠੀਕ ਮੀਨਸ ਕਿ 1 ਦਾ ਜੋ ਟਾਈਮ ਹੈ ਸਟੀਲ ਦਾ 1 ਮਿੰਟ ਦਾ ਹੁੰਦਾ ਆ, ਠੀਕ ਹੈ। ਸੋਕਿੰਗ ਟਾਈਮ ਦਾ ਤੁਹਾਨੂੰ ਪਤਾ ਲੱਗ ਗਿਆ। 4 ਸਟੈਪ ਦੇ ਵਿੱਚ ਕਵਰ ਹੁੰਦਾ ਹੈ। ਬੇਸਿਕਲੀ 3 ਸਟੈਪ ਹੀ ਹੁੰਦੇ ਆ ਇਹਨਾਂ ਪ੍ਰੀਪਰੇਸ਼ਨ ਦਾ। ਜੋ ਸਟੈਪ ਹੈ ਇਹ ਨਹੀਂ ਚਾਹੀਦਾ ਆਪਾਂ ਨੂੰ ਸਿਰਫ ਚਾਹੀਦਾ ਹੈ ਕਿ ਟੈਂਪਰੇਚਰ ਨੂੰ ਰਾਈਜ਼ ਕਰਨਾ, ਉਸ ਤੋਂ ਬਾਅਦ ਸੋਕਿੰਗ ਕਰਨਾ, ਨੈਕਸਟ ਹੈ ਕੁਐਂਚਿੰਗ ਕਰਨਾ। ਸੋ ਕੁਐਂਚਿੰਗ ਲਾਸਟ ਸਟੈਪ ਹੈ ਆਪਣਾ। ਦੀ ਸਡਨ ਕੂਲਿੰਗ ਆਫ ਦੀ ਆਰਟੀਕਲ ਇਜ਼ ਡਨ ਬਾਏ ਕੁਐਂਚਿੰਗ ਇਟ ਇਨ ਏ ਕੂਲਿੰਗ ਮੀਡੀਅਮ ਲਾਈਕ ਵਾਟਰ ਔਰ ਏਅਰ ਸਟਰੀਮ ਐਕਸਟਰਾ। ਸੋ ਜੋ ਕੁਐਂਚਿੰਗ ਉਹ ਪ੍ਰੋਸੈਸ ਹੁੰਦਾ ਜਿਸ ਦੇ ਵਿੱਚ ਆਪਾਂ ਸਡਨਲੀ ਕੂਲਿੰਗ ਕਰਦੇ ਹਾਂ ਕਿਸੇ ਵੀ ਸਟੀਲ ਦੇ ਪਾਰਟ ਨੂੰ। ਮੀਡੀਅਮ ਕਿਹੜਾ ਹੁੰਦਾ ਆ? ਜਾਂ ਉਹ ਵਾਟਰ ਹੁੰਦਾ ਆ ਜਾਂ ਉਹ ਏਅਰ ਹੁੰਦਾ ਆ। ਸੋ ਗਰਮ ਜਿਹੜਾ ਰੈੱਡ ਹੋਇਆ ਜਿਹੜਾ ਸਟੀਲ ਪਾਰਟ ਆ ਉਸਨੂੰ ਸਡਨਲੀ ਆਪਾਂ ਵਾਟਰ ਜਾਂ ਆਇਲ ਦੇ ਵਿੱਚ ਡਿਪ ਕਰਕੇ ਉਹਨੂੰ ਠੰਡਾ ਕਰ ਦਿੰਦੇ ਹਾਂ। ਸੋ ਉਸਨੂੰ ਕੁਐਂਚਿੰਗ ਕਹਿੰਦੇ ਆ। ਇਟ ਸਪਰੈਸਿਸ ਦੀ ਨੋਰਮਲ ਬ੍ਰੇਕਡਾਊਨ ਆਫ ਆਸਟੇਨਾਈਟ ਇਨਟੂ ਫੈਰਾਈਟ and cementite, causing a partial decomposition at such a low temperature that martensite is produced. ਸੋ ਇਸ ਦੇ ਵਿੱਚ ਕੀ ਹੁੰਦਾ ਹੈ ਕਿ
ਅਸਟੇਨਾਈਟ ਆ ਫੇਰਾਈਟ ਐਂਡ ਸੀਮੈਂਟਾਈਟ ਦੇ ਵਿੱਚ ਕਨਵਰਟ ਹੋ ਕੇ ਇੱਦਾਂ ਦੀ ਡੀਕੰਪੋਜੀਸ਼ਨ ਹੋ ਜਾਂਦੀ ਹੈ ਕਿ ਉਹ ਜੋ ਸਟੀਲ ਦਾ ਜੋ ਸਟਰਕਚਰ ਹੈ ਮਾਰਟੈਨਸਾਈਟ ਦੇ ਵਿੱਚ ਕਨਵਰਟ ਹੋ ਜਾਂਦਾ। ਜੋ ਮਾਰਟੈਨਸਾਈਟ ਇਹੋ ਜਿਹਾ ਸਟਰਕਚਰ ਆ ਸਟੀਲ ਦਾ ਜੋ ਕਿ ਬਹੁਤ ਜ਼ਿਆਦਾ ਹਾਰਡ ਹੁੰਦਾ ਹੈ, ਠੀਕ ਹੈ। ਉਸ ਦੇ ਵਿੱਚ ਮੈਗਨੈਟਿਕ ਪ੍ਰੋਪਰਟੀਜ਼ ਜੋ ਹੈ ਥੋੜ੍ਹੀ ਘੱਟ ਹੁੰਦੀਆਂ ਮਗਰ ਹਾਰਡ ਹੁੰਦਾ ਹੈ। ਸੋ ਨੈਕਸਟ ਕੁਐਸਚਨ ਹੈ ਹਾਊ ਸੈਰਾਮਿਕ ਆਰ ਕਲਾਸੀਫਾਈਡ। ਸੈਰਾਮਿਕਸ ਨੂੰ ਆਪਾਂ ਕਿੱਦਾਂ ਕਲਾਸੀਫਾਈ ਕਰ ਸਕਦੇ ਹਾਂ? ਡਿਸਕਸ ਦੀ ਪ੍ਰੋਪਰਟੀਜ਼ ਐਂਡ ਐਪਲੀਕੇਸ਼ਨਸ। ਸੋ ਇਹਦੀਆਂ ਪ੍ਰੋਪਰਟੀਜ਼ ਐਂਡ ਐਪਲੀਕੇਸ਼ਨ ਦੱਸਣੀਆਂ। So classification of ceramics. Ceramics are defined as inorganic non-metallic material that are processed and used at high temperature. Ceramic एक inorganic material है, ठीक है। नॉन मैटेलिक मीनस कि मैटल के अंदर नहीं आता। इसनूं बनाने वास्ते आपां नूं बहुत ज़्यादा टैंपरेचर की लोड़ पैंदी है, ठीक है। सो सैरामिक्स ਜਿਹੜੇ ਚੀਨੀ ਦੇ ਭਾਂਡੇ ਆ ਜੋ ਬਣਦੇ ਆ, ਜੋ ਚੀਨੀ ਆ, ਜੋ ਚੀਕਨੀ ਮਿੱਟੀ ਜਿਸ ਨੂੰ ਕਹਿੰਦੇ ਆ ਆਪਾਂ, ਜੋ ਅਰਥ ਨੂੰ ਡਿਗਿੰਗ ਕਰਕੇ ਜੋ ਨਿਕਲਦੀ ਆ, ਠੀਕ ਹੈ। ਉਹ ਚੀਕਨੀ ਮਿੱਟੀ ਨੂੰ ਆਪਾਂ ਕਲੇ ਕਹਿੰਦੇ ਆ, ਮਗਰ ਉਸ ਤੋਂ ਜਿਹੜੀ ਬਣਨ ਵਾਲਾ ਜੋ ਮਟੀਰੀਅਲ ਉਹ ਸੈਰਾਮਿਕਸ ਹੀ ਹੁੰਦਾ ਆ। ਸੋ ਸੈਰਾਮਿਕਸ ਕਿਹਦੇ ਵਿੱਚ ਕਲਾਸੀਫਾਈ ਕੀਤਾ? ਸਭ ਤੋਂ ਪਹਿਲਾਂ ਕਲੇ ਪ੍ਰੋਡਕਟਸ ਹੁੰਦੇ ਆ, ਠੀਕ ਹੈ। ਕਲੇ ਪ੍ਰੋਡਕਟਸ ਦੇ ਵਿੱਚ ਆਪਾਂ ਪੋਰਸਿਲੇਨ, ਪੋਟਰੀ ਟੇਬਲਸ ਵੇਅਰਸ, ਟੇਬਲ ਵੇਅਰਸ, ਸੈਨੀਟਰੀ ਫਿਟਿੰਗਸ ਹੋ ਗਈਆਂ, ਠੀਕ ਹੈ। ਜੋ ਆਪਾਂ ਟੋਇਲਟ ਵਿੱਚ ਯੂਜ਼ ਕਰਦੇ ਹਾਂ ਜਾਂ ਵਾਸ਼ ਬੇਸਿਨ ਬਣਦਾ ਆ, ਠੀਕ ਹੈ। ਗਲਾਸ ਸੈਰਾਮਿਕਸ ਹੁੰਦੇ ਆ, ਕਿਚਨ ਵੇਅਰਸ, ਠੀਕ ਹੈ। ਟੇਬਲ ਵੇਅਰਸ, ਵਿੰਡੋ ਪੈਨਸ, ਗਲਾਸ ਵੂਲਸ ਐਕਸੈਟਰਾ। ਰੀਫੈਕਟਰੀ ਮਟੀਰੀਅਲਸ ਵਿੱਚ ਇਹ ਸੈਰਾਮਿਕਸ ਕਲਾਸੀਫਾਈ ਹੁੰਦਾ ਹੈ। ਜਿੱਦਾਂ ਕਿ ਇਸ ਦੀਆਂ ਜੋ ਬ੍ਰਿਕਸ ਬਣਦੀਆਂ, ਫਰਨਸ ਲਾਈਨਿੰਗ, ਫਰਨਸ ਦੇ ਅੰਦਰ ਜੋ ਫਰਨਸ ਲਾਈਨਿੰਗ ਮੀਨਸ ਕਿ ਫਰਨਸ ਦੀ ਵਾਲਸ ਨੂੰ ਨਾ ਬਣਾਉਣ ਵਾਸਤੇ ਆਪਾਂ ਰਿਫੈਕਟਰੀ ਮਟੀਰੀਅਲਸ ਦੇ ਵਿੱਚ ਆਪਾਂ ਇਸ ਸੈਰਾਮਿਕ ਮਟੀਰੀਅਲ ਦੀ ਬ੍ਰਿਕ ਨੂੰ ਯੂਜ਼ ਕਰਦੇ ਹਾਂ। ਸੈਰਾਮਿਕ ਇੱਕ ਇੰਸੂਲੇਟਿੰਗ ਮਟੀਰੀਅਲ ਆ ਬਹੁਤ ਜ਼ਿਆਦਾ, ਕਿਉਂਕਿ ਹੀਟ ਐਂਡ ਉਸਨੂੰ ਇਲੈਕਟ੍ਰੀਸਿਟੀ ਦਾ ਬਹੁਤ ਅੱਛਾ ਇੰਸੂਲੇਟਿੰਗ ਮਟੀਰੀਅਲ ਹੈ, ਇੰਸੂਲੇਟਰ। ਸੋ ਹਾਈ ਟੈਂਪਰੇਚਰ ਨੂੰ ਬਾਹਰ ਤੱਕ ਰੋਕਣ ਦੇ ਲਈ ਆਪਾਂ ਜੋ ਫਰਨਸ ਹੁੰਦੀ ਆ ਉਸ ਦੀ ਲਾਈਨਿੰਗ ਕਰਦੇ ਹਾਂ ਤਾਂ ਜੋ ਅੰਦਰਲਾ ਟੈਂਪਰੇਚਰ ਆ ਉਹ ਬਾਹਰ ਨਾ ਆ ਸਕੇ, ਠੀਕ ਹੈ। ਅਬਰੈਸਿਵ ਸੈਰਾਮਿਕਸ ਸੁਪਰ ਕੰਡਕਟਰ ਲਾਈਕ ਹਾਈ ਕ੍ਰਿਟੀਕਲ ਟੈਂਪਰੇਚਰ। ਸੋ ਇਸ ਦੇ ਵਿੱਚ ਆਪਾਂ ਸੁਪਰ ਕੰਡਕਟਰ ਰੈਡੀ ਕਰਦੇ ਹਾਂ। ਹਾਈ ਕ੍ਰਿਟੀਕਲ ਟੈਂਪਰੇਚਰ ਮੀਨਸ ਕਿ ਕ੍ਰਿਟੀਕਲ ਟੈਂਪਰੇਚਰ ਤੋਂ ਲਿਜਾ ਕੇ ਐਡਵਾਂਸ ਸੈਰਾਮਿਕ, ਸੁਪਰ ਕੰਡਕਟਰ ਵਿਦ ਹਾਈ ਸੈਰਾਮਿਕ, ਕ੍ਰਿਟੀਕਲ ਟੈਂਪਰੇਚਰ। ਸੋ ਸੇਮ ਹੀ ਇਹ ਚੀਜ਼ ਪ੍ਰੋਪਰਟੀਜ਼ ਇਹਦੀਆਂ ਪ੍ਰੋਪਰਟੀਜ਼ ਕਿਹੜੀਆਂ ਸੈਰਾਮਿਕਸ ਦੀਆਂ? ਸਭ ਤੋਂ ਪਹਿਲੀ ਪ੍ਰੋਪਰਟੀ ਹੈ ਦੀ ਕੰਪਰੈਸਿਵ ਸਟਰੈਂਥ ਇਜ਼ ਸੈਵਰਲ ਟਾਈਮਸ ਮੋਰ ਦੈਨ ਦੀ ਟੈਂਸਾਈਲ ਸਟਰੈਂਥ। ਸੋ ਉਸਦੀ ਕੰਪਰੈਸਿਵ ਸਟਰੈਂਥ ਜਿਹੜੀ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਟੈਂਸਾਈਲ ਸਟਰੈਂਥ। ਸਟਰੈਸ ਕੰਸਨਟ੍ਰੇਸ਼ਨ ਇਜ਼ ਲਿਟਲ ਐਂਡ ਨੋ ਇਫੈਕਟ ਔਨ ਕੰਪਰੈਸਿਵ ਸਟਰੈਂਥ। ਜਿਹੜੀ ਸਟਰੈਸ ਕੰਸਨਟ੍ਰੇਸ਼ਨ ਆ ਬਹੁਤ ਹੀ ਘੱਟ ਹੁੰਦੀ ਆ at high temperature rigidity is high। ਸੋ ਇਸ ਸੈਰਾਮਿਕਸ ਨੂੰ ਜਿੱਦਾਂ ਹੀ ਹਾਈ ਟੈਂਪਰੇਚਰ 'ਤੇ ਲੈ ਕੇ ਜਾਂਦੇ ਆ ਤਾਂ ਇਸਦੀ ਜੋ ਰਿਜਿਡਿਟੀ ਹੈ, ਜੋ ਮਜ਼ਬੂਤੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਬਿਲੋ ਰੀਕ੍ਰਿਸਟਲਾਈਜੇਸ਼ਨ ਟੈਂਪਰੇਚਰ ਨੋਨ ਕ੍ਰਿਸਟਲਾਈਨ ਸੈਰਾਮਿਕਸ ਆਰ ਫੁਲੀ ਬ੍ਰਿਟਲ। ਸੋ ਜੋ ਰੀਕ੍ਰਿਸਟਲਾਈਜੇਸ਼ਨ ਟੈਂਪਰੇਚਰ ਹੁੰਦਾ ਆ ਉਸ ਦੇ ਵਿੱਚ ਕੀ ਆ, ਜੋ ਇਸਦਾ ਇੱਕ ਜੋ ਇਹ ਸੈਰਾਮਿਕ ਮਟੀਰੀਅਲ ਆ ਫੁਲੀ ਬ੍ਰਿਟਲ ਸਟਰਕਚਰ ਦੇ ਵਿੱਚ ਕਨਵਰਟ ਹੁੰਦਾ ਹੈ। ਸਪੈਸ਼ਲ ਹੀਟ ਲਾਈਜ਼ ਬਿਟਵੀਨ 0.25 ਐਂਡ 0.297। ਸਪੈਸੀਫਿਕ ਹੀਟ ਜਿਹੜੀ ਇਹਦੀ ਹੈਗੀ ਆ ਉਹ ਹੈਗੀ ਆ 0.25 ਐਂਡ ਟੂ ਲਾਈ ਕਰਦੀ ਆ ਆਪਣੇ 0.25 ਤੋਂ ਲੈ ਕੇ 0.297 ਤੱਕ। ਆਕਸੀਡਿਕ ceramic are completely resistant to oxidation even at high temperature। ਸੋ ਆਕਸੀਡਿਕ ਸੈਰਾਮਿਕਸ ਇੱਕ ਇਹੋ ਜਿਹੇ ਸੈਰਾਮਿਕਸ ਹੁੰਦੇ ਆ ਜਿਹੜੇ ਕਿ ਆਕਸੀਡੇਸ਼ਨ ਨੂੰ ਰਜਿਸਟ ਕਰਦੇ ਆ, ਠੀਕ ਹੈ। ਵਾਟਰ ਹੋ ਗਿਆ, ਠੀਕ ਹੈ, ਮੋਇਸਚਰ ਨੂੰ ਰਜਿਸਟ ਕਰਦੇ ਆ, ਆਕਸੀਡੇਸ਼ਨ ਨੂੰ ਰਜਿਸਟ ਕਰਦੇ ਆ। ਐਂਡ ਨਾ ਲਾਸਟ ਐਪਲੀਕੇਸ਼ਨਸ ਕੀ ਆ ਇਹਦੀਆਂ? ਦੇ ਆਰ ਯੂਜ਼ ਫॉर ਮੇਕਿੰਗ ਵੇਰੀਅਸ ਕਲੇ ਪ੍ਰੋਡਕਟ ਲਾਈਕ ਪੋਟਰੀ, ਟੇਬਲਸ ਵੇਅਰ, ਸੈਨੀਟਰੀ ਫਿਟਿੰਗਸ ਐਕਸੈਟਰਾ। ਸੋ ਕਿਸ ਚੀਜ਼ ਦੇ ਵਿੱਚ ਯੂਜ਼ ਹੁੰਦਾ ਹੈ? ਪੋਟਰੀ ਵਿੱਚ, ਠੀਕ ਹੈ। ਜੋ ਪੋਟਰੀ ਦੀਆਂ ਆਈਟਮਸ ਬਣਦੀਆਂ ਉਸ ਦੇ ਵਿੱਚ, ਟੇਬਲ ਵੇਅਰਸ ਦੇ ਵਿੱਚ, ਸੈਨੀਟਰੀ ਫਿਟਿੰਗ, ਠੀਕ ਹੈ। ਜੋ ਆਪਣੇ ਬਾਥਰੂਮ ਵਗੈਰਾ ਦੇ ਅੰਦਰ ਜੋ ਫਿਟਿੰਗਸ ਯੂਜ਼ ਹੁੰਦੀਆਂ ਉਸ ਦੇ ਵਿੱਚ। ਦੇ ਆਰ ਯੂਜ਼ ਫॉर ਕਟਿੰਗ ਐਂਡ ਗ੍ਰਾਈਂਡਿੰਗ ਟੂਲਸ।
ਸੋ ਕਟਿੰਗ ਅਤੇ ਗ੍ਰਾਈਂਡਿੰਗ ਟੂਲਸ ਬਣਾਉਣ ਦੇ ਵੀ ਸੈਰਾਮਿਕ ਮਟੀਰੀਅਲ ਯੂਜ਼ ਕਰਦੇ ਹਾਂ ਐਂਡ ਦੇ ਆਰ ਯੂਜ਼ ਫॉर ਹੀ ਫੈਕਟਰੀ ਬ੍ਰਿਕ ਐਜ਼ ਫਰਨਸ ਲਾਈਨਿੰਗ। ਸੋ ਮੋਸਟਲੀ ਯੂਜ਼ ਹੁੰਦੀ ਆ ਫਰਨਸ ਲਾਈਨਿੰਗ ਦੇ ਵਿੱਚ। ਸੋ ਤੁਸੀਂ ਇਸ ਜੋ ਮੈਂ 2 ਕੁਐਸਚਨ ਸਮਝਾਉਣਾ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਐਗਜ਼ਾਮ ਦੇ ਵਿੱਚ ਵੀ ਹੀ ਆ ਸਕਦੇ ਆ, ਠੀਕ ਹੈ। ਮੋਸਟਲੀ ਚਾਂਸ ਹੈਗੇ ਆ ਕਿ ਇਸ ਦੇ ਜੋ ਵੀ ਮੈਂ ਕੁਐਸਚਨ ਸਮਝਾਉਣਾ ਡੇਲੀ ਦੇ ਉਸ ਨੂੰ ਥੋੜ੍ਹਾ ਜਿਹਾ ਸੀਰੀਅਸਲੀ ਰੀਡ ਕਰਿਆ ਕਰੋ, ਪੜ੍ਹਿਆ ਕਰੋ, ਕਿਉਂਕਿ ਇਸ ਦੇ ਵਿੱਚੋਂ ਹੀ ਮੈਂ ਤੁਹਾਨੂੰ ਅੱਗੇ ਜੋ MST ਆ ਜਾਣਗੇ, ਠੀਕ ਹੈ, ਪੇਪਰ ਆਉਗੇ ਇਸ ਦੇ ਵਿੱਚੋਂ ਮੈਂ ਪਾਊਂਗਾ ਕੁਐਸਚਨਸ, ਠੀਕ ਹੈ। ਥੈਂਕ ਯੂ।